अस्सलामुअलैकुम नादरीन, अल्लाह ताला से ये उम्मीद करता हूँ कि अल्लाह ताला ने आपको जहाँ पर भी रखा होगा अपने हिफ्ज़ अमान में रखा होगा। उमर मुश्ताक जट, नाज़रीन आपको पता है कि ये 5-6 दिन से जो है ना ये स्टोरी ट्रेंड बन चुकी हुई है और लोग जो है ना इस स्टोरी के बारे में जानना चाहते हैं। लोग तमाम हक़ाइक़ जो है ना उनसे पर्दा उठाकर जो है ये चाहते हैं कि उनके सामने सारे हालात जो है ना वो रख दिए जाएँ जो अभी तक किसी चैनल पर नहीं दिखाए जा रहे। आपको पता है मैं इसी कोशिश में रहता हूँ और मैं कोशिश ये करता हूँ कि हर उस बंदे से रब्ता कर लूँ जो उस केस से जो है ना रिलेटेड हो। ये मुजम्मल नामी जो है ना एक शख्स हैं जो कि सन्यारों के ग्रुप के हैं ना, उन्होंने जो है ना मेरे से रब्ता किया और उन्होंने बजाय इसके मुझसे गिला करते और ये कहते कि जी आपने हमारे साथ क्या किया है, आपने वन साइडेड स्टोरी कर दी है। उन्होंने बड़े अच्छे तरीके के साथ मेरे से बात की और मुझे बताया कि शाहिद साहब आपको तमाम हक़ाइक़ का नहीं पता। तो मैंने उनको कहा कि जी अगर आप इजाज़त दें तो मैं आपकी रिकॉर्डिंग कर लूँ और आपसे चंद सवालात करता हूँ। सवालात और जवाब जो है ना पब्लिक के सामने रखेंगे। लोगों ने जो है ना पता नहीं इस केस को क्या समझा हुआ है, लेकिन मैं आपको रियलिटी जो बताने लगा हूँ ना वो ये है कि मेरा काम जो है ना लोगों से हट कर है। मैं व्यूज़ के लिए काम नहीं करता हूँ, मैं अपनी आखिरत को संवारने के लिए काम करता हूँ। अब मैं चाहता हूँ कि सबसे पहले मेरी और मुजम्मल सन्यारा जो उस ग्रुप के जो है ना करते धरते हैं उनके साथ जो बातें हुई हैं ना, पहले ये बातें सुने आप। जी अस्सलाम वालेकुम। वालेकुम सलाम। मुजम्मल भाई बोल रहे हैं? जी मुजम्मल बोल रहे हैं। मुजम्मल भाई ਤੁਹਾਨੂੰ ਮੇਰੇ ਨਾਲ ਨਾਰਾਜ਼ਗੀ ਤਾਂ ਹੋਏਗੀ ਕਿ ਯਾਰ ਇਹ ਬੰਦਾ ਕੀ ਵਨ ਸਾਈਡਡ ਰਿਪੋਰਟ ਬਣਾਈ ਜਾ ਰਿਹਾ ਹੈ, ਲੇਕਿਨ ਮੇਰਾ ਕੰਮ ਕੁਛ ਇਸ ਤਰ੍ਹਾਂ ਦਾ ਹੈਗਾ ਜੀ, ਠੀਕ ਹੈ ਨਾ ਜਨਾਬ? ਹਾਂਜੀ ਤੁਸੀਂ ਦੱਸੋ। ਸ਼ਾਹ ਸਾਹਿਬ ਤੁਹਾਨੂੰ ਕੋਈ ਬੰਦਾ ਇੰਤਜ਼ਾਰ ਕਰ ਰਿਹਾ ਵਾ। ਹਾਂਜੀ ਸਾਡਾ ਇਹ ਅਸੀਂ ਜੱਟ ਬਰਾਦਰੀ ਇਹਨਾਂ ਨਾਲ ਸਾਡਾ ਕੋਈ ਵੀ ਮਾਮਲਾ ਨਹੀਂ ਹੈਗਾ, ਨਾ ਕੋਈ ਸਾਡੀ ਐਫਆਈਆਰ ਇਹਨਾਂ ਦੇ ਖਿਲਾਫ ਆ, ਨਾ ਕੋਈ ਐਫਆਈਆਰ ਉਹਨਾਂ ਦੀ ਕੋਈ ਸਾਡੇ ਖਿਲਾਫ ਆ। ਸਿਰਫ ਜੀ ਜੀ ਮੈਂ ਸੁਣ ਰਿਹਾ ਹਾਂ ਤੁਹਾਡੀ ਗੱਲ। ਸਿਰਫ ਬਲੈਕਮੇਲ ਕਰਕੇ ਜਿਹੜਾ ਹੈ ਸਾਡੇ ਤੋਂ ਮਤਲਬ ਕਿ ਜਿਹੜਾ ਕੋਈ ਸੱਤਾ ਵਗੈਰਾ ਵਸੂਲ ਕਰਨਾ ਚਾਹਦੇ ਸੀ। ਹਾਂਜੀ ਤੇ ਸਾਡੇ ਇਹਨਾਂ ਨਾਲ ਕੋਈ ਦਾ ਦੁਸ਼ਮਣੀ ਸਾਡੀ ਕੋਈ ਨਹੀਂ ਇਹਨਾਂ ਨਾਲ ਹੈਗੀ। ਸਾਡੇ ਹਰ ਪਹਿਲਾਂ ਮਾਮਲਾ ਤੇ ਹੈ ਸੀ, ਉਹ ਹੋਰ ਘਰ ਸੀ ਸਾਡੀ ਸੀਟ ਤੋਂ ਸਹਿਤਾਰੀ ਸਾਹਿਬ ਉਹਨਾਂ ਨਾਲ ਸੁਲਹ ਕਰਵਾ ਕੇ ਗਏ ਨੇ। ਇਹਨਾਂ ਨਾਲ ਜਿਹੜਾ ਉਮਰ ਵਗੈਰਾ ਵਾ ਸਾਡਾ ਇਹਨਾਂ ਨਾਲ ਕੋਈ ਮਾਮਲਾ ਨਹੀਂ ਹੈਗਾ ਸੀ, ਕੋਈ ਗੱਲਬਾਤ ਨਹੀਂ ਹੈ। ਇਹ ਕੇਸ ਹੈ ਜਿਹੜੇ 4 ਮਰਡਰ ਹੋਏ ਦੇ ਮੁਦਈ ਤੁਸੀਂ ਹੋ? ਇਹ ਨਹੀਂ ਜੀ, ਮੁਦਈ ਮੇਰਾ ਭਤੀਜਾ ਇਸ ਟਾਈਮ ਜਿਹੜਾ ਵਾ ਨਵੀਨ ਜੀ। ਤੁਸੀਂ ਗਵਾਹ ਹੋ ਵਿੱਚ ਐਫਆਈਆਰ ਦੇ? ਨਹੀਂ ਗਵਾਹ ਨਹੀਂ ਹੈ, ਗਵਾਹ ਜਿਹੜੇ ਮੇਰੇ ਭਤੀਜੇ ਨੇ। ਅੱਛਾ, ਤੇ ਇਹ ਜਿਹੜਾ ਕੱਲ ਉਹਨੇ ਬਿਆਨ ਦਿੱਤਾ ਕਿ ਮੈਂ ਇੱਕ ਮਰਡਰ ਕੀਤਾ ਹੈ, ਗੱਲ ਨਾਲ ਤੁਸੀਂ ਇਤਫਾਕ ਕਰਦੇ ਹੋ ਕਿ ਤੌਕੀਰ ਧੰਨੇ ਨੇ ਮਰਡਰ ਕੀਤੇ ਨੇ? ਆ तो खुद ही कबाले जुर्म कर रहे, फिर तो शक कोई ना रह गया। ਤੁਹਾਡੇ ਕੋਲ ਕੋਈ ਇਹਨਾਂ ਦੇ ਖਿਲਾਫ ਸਬੂਤ ਹੈ ਨੇ? ਕੋਈ ਵੀਡੀਓ, ਕੋਈ ਆਡੀਓ, ਕੋਈ ਧਮਕੀਆਂ ਦੇ ਪੈਗਾਮ ਤੁਹਾਡੇ ਕੋਲ ਅਗਰ ਕੁਛ ਹੈ ਤਾਂ ਮੈਨੂੰ ਭੇਜੋ, ਮੈਂ ਵਿੱਚ ਲਾ ਕੇ ਤਾਂ ਕਿ ਪਬਲਿਕ ਨੂੰ ਇਹ ਨਾ ਹੋਵੇ ਕਿ ਅਸੀਂ ਕਿਸੇ ਦੀ ਸਾਈਡ ਲੈ ਰਹੇ ਹਾਂ। ਠੀਕ ਹੈ, ਮੈਂ ਹੱਕ ਸੱਚ ਦੀ ਗੱਲ ਕਰਨੀ ਹੈ, ਜਿਹਦਾ ਜੋ ਬਿਆਨ ਹੈ ਮੈਨੂੰ ਦੱਸੀ ਜਾਓ, ਮੈਂ ਲਾਈ ਜਾਣਾ, ਫੈਸਲਾ ਦੁਨੀਆ ਨੇ ਕਰਨਾ ਹੈ। ਠੀਕ ਹੈ ਕਿ ਨਹੀਂ? ਹਾਂਜੀ ਅਸੀਂ ਸਬੂਤ ਪ੍ਰੂਫ ਨਾਲ ਗੱਲ ਕਰਾਂਗੇ ਕਿ ਸਾਡੀ ਇਹਨਾਂ ਦੇ ਖਿਲਾਫ ਕੋਈ ਐਫਆਈਆਰ ਨਹੀਂ ਹੈਗਾ, ਨਾ ਇਹਦੇ ਵਾਲਦ ਨੂੰ ਮਰਡਰ ਅਸੀਂ ਕੀਤਾ, ਨਾ ਹੀ ਇਹਨਾਂ ਦੇ ਚਾਚਾ ਜੀ ਨੂੰ ਕਿਸੇ ਨੇ ਮਰਡਰ ਕੀਤਾ। ਉਹ ਆਪਦੀ ਆਈ ਨਾਲ ਅੱਲਾ ਨੂੰ ਪਿਆਰੇ ਹੋਏ ਨੇ। ਇਹਨਾਂ ਦੀ ਜਿਹੜੀ ਵਾਲਦਾ ਵਾ ਉਹ ਵੀ ਆਪਦੀ ਆਈ ਨਾਲ ਹੀ ਬਹੁਤ ਹੋਏ ਨੇ। ਹਾਂਜੀ ਨਹੀਂ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਤੁਹਾਡੀ ਇਹਨਾਂ ਦੀ ਸੁਲ੍ਹਾ ਦੀ ਗੱਲ ਜਿਹੜੀ ਨਾ ਉਹ ਚਲਾਈ ਹੋਈ ਸੀ ਕਿ ਇਹ ਜਿਹੜਾ ਇਹਨਾਂ ਦੇ ਪਿਛਲੇ ਮਾਮਲਾ ਸੀ ਜਿਹੜੇ। मुजम्मल साहब मैं सुनिया कि ਤੁਹਾਡੇ ਕੋਲ माशाअल्लाह अल्लाह ताला ਦੀਆਂ ਬੜੀਆਂ ਰਹਿਮਤਾਂ ਨੇ, ਬੜਾ ਮਾਲੋ ਦੌਲਤ ਹੈ ਔਰ ਤੁਸੀਂ ਬੜੇ ਠੀਕ ਠਾਕ ਹੋ, ਲੇਕਿਨ ਤੁਹਾਡਾ ਜਿਹੜਾ ਭਾਈ ਬਾਹਰੋਂ ਆਇਆ ਅਲੀਮ, ਉਹਦੇ ਇੱਕ ਦੋਸਤ ਜਬਾਰ ਦੀ ਅਸੀਂ ਆਡੀਓ ਲਾਈ ਸੀ, ਉਹ ਕਹਿੰਦਾ ਸੀ ਕਿ ਰਮਜ਼ਾਨ ਦੇ ਵਿੱਚ ਪਾਕਿਸਤਾਨ ਆਇਆ ਤੇ ਇਹਦੇ ਹਾਲਾਤ ਕੋਈ ਨੋਰਮਲ ਹੀ ਸਨ। ਇਹ ਗੱਲ ਦਰੁਸਤ ਹੈ? ਨਾਰਮਲ ਕਿਸ ਤਰੀਕੇ ਨਾਲ ਹੈ? ਯਾਨੀ ਜ਼ਰਾ ਕਮਜ਼ੋਰ ਸੀ ਫਾਈਨੈਂਸ਼ੀਅਲੀ ਤੌਰ 'ਤੇ ਨਾ। ਉਹ ਕਹਿੰਦਾ ਸੀ ਕਿ ਇੱਥੇ ਸਾਊਦੀ ਅਰਬ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਸੀ, ਲੇਕਿਨ ਉੱਥੇ ਜਾ ਕੇ ਜੋ ਲੈਂਡ ਕਰੂਜ਼ਰਾਂ ਦੇ ਆ ਚੀਜ਼ਾਂ ਮੈਨੂੰ ਉਹ ਯਾਨੀ ਥੋੜ੍ਹੀ ਕੰਟਰੋਵਰਸੀ ਆਈ ਹੈ। ਇਹਦੀ ਕੀ ਵਜ੍ਹਾ ਹੈਗੀ? ਯਾਨੀ ਕਿ ਸਾਊਦੀ ਅਰਬ ਉਹ ਕੰਮਕਾਜ ਵਾਸਤੇ ਗਿਆ ਸੀ, ਇੱਥੇ ਆ ਕੇ ਲੈਂਡ ਕਰੂਜ਼ਰਾਂ ਦੇ ਵਿੱਚ ਫਿਰਦਾ ਪਿਆ ਤੇ ਉਹ ਕਹਿੰਦਾ ਮੇਰੀ ਗੱਲ ਸਮਝ ਨਹੀਂ ਆ ਰਹੀ ਕਿ ਉਹਦੇ ਕੋਲ ਪੈਸਾ ਮਾਲੋ ਦੌਲਤ ਕਿੱਥੋਂ ਆਇਆ ਯਕਦਮ। ਦੇਖੋ ਜੀ ਅਲੀਮ ਤਕਰੀਬਨ 3 ਭਾਈ ਜਿਹੜਾ ਨੇ ਇੱਕ ਅਰਸਾ ਦਰਾਜ਼ ਤੋਂ ਸਾਊਦੀ ਅਰਬ ਦੇ ਵਿੱਚ ਤਕਰੀਬਨ 20 ਸਾਲ ਤੋਂ। ਜੀ ਜੀ ਹਾਂਜੀ 20-22 ਸਾਲ ਤੋਂ ਜਿਹੜੇ ਨੇ 3 ਭਾਈ ਜਿਹੜੇ ਨੇ ਉੱਥੇ ਸਾਊਦੀ ਅਰਬ ਨੇ ਔਰ ਇਸ ਟਾਈਮ ਜਿਹੜਾ ਹਾਲਾਤ ਬਿਲਕੁਲ ਜ਼ਬਰਦਸਤ ਸੀ, ਉਦੋਂ ਵੀ ਠੀਕ ਸੀ। ठीक हो गया, ठीक हो गया। अच्छा ਇਹ ਜਿਹੜਾ ਪਰਚਾ ਦਰਜ ਹੋਇਆ ਤੁਹਾਡਾ, ਇਹ ਜਿਹੜੇ ਮੁਲਜ਼ਮਾਂ ਤੇ ਤੁਸੀਂ ਐਫਆਈਆਰ ਕਟਾਈ ਹੈ, ਹੁਣ ਉਹਨਾਂ ਦੇ ਬਾਰੇ ਕੀ ਕਰੋਗੇ? ਉਹਦਾ ਤੇ ਬਿਆਨ ਸਾਹਮਣੇ ਆ ਗਿਆ ਜੀ ਮੈਂ ਮਾਰੇ ਨਾਲ ਮੇਰੇ 4 ਸਾਥੀ, ਅਸੀਂ 4 ਜਣੇ ਮਿਲ ਕੇ ਮਾਰੇ ਨੇ, ਤੇ ਐਫਆਈਆਰ ਦੇ ਜਿਹੜੇ ਨਾਮਜ਼ਦ ਮੁਲਜ਼ਮ ਪੁਲਿਸ ਜਿਹੜੀ ਆ ਉਹ ਆਪਦੀ ਤਸਦੀਕ ਦੇ ਵਿੱਚ ਜਿਹੜਾ ਹਰ ਹਕੀਕਤ ਜਿਹੜੀ ਉਹ ਸਾਹਮਣੇ ਪੁਲਿਸ ਨੇ ਖੁਦ ਹੀ ਲੈ ਆਣੀ ਹੈ। ਹਾਂਜੀ ਹਾਂਜੀ ਇਹ ਜਿਹੜੇ
वेरिफिकेशन करने की जितनी असल हकीकत हुई वो सामने हो जाएगी। ਤੇ ਇਹ ਦੁਸ਼ਮਣੀ ਦੇ ਬਾਰੇ ਅੱਗੋਂ ਤੁਹਾਡਾ ਕੀ ਖਿਆਲ ਹੈ? ਉਹਨੇ ਚਲਾਈ ਜਾਣੀ ਹੈ ਕਿ ਉਹਦਾ ਕੋਈ ਮੰਤਕੀ ਅੰਜਾਮ ਤੱਕ ਪਹੁੰਚਾਉਣਾ ਹੈ ਦੁਸ਼ਮਣੀ ਨੂੰ? देखो ना जी, ਅਸੀਂ ਆਪਦੇ ਕਾਨੂੰਨ ਨੂੰ ਪਹਿਲਾਂ ਤੇ ਦੇਖਾਂਗੇ। ਸਾਡਾ ਜਿਹੜੇ ਮੁਹਾਫਿਜ਼ ਨੇ, ਵਜ਼ੀਰ ਆਲਾ ਸਾਹਿਬ ਨੇ, ਚੌਧਰੀ ਸ਼ਬਾਜ਼ ਸ਼ਰੀਫ ਸਾਹਿਬ ਨੇ, ਸਾਡੀ ਅਪੀਲ ਇਹਨਾਂ ਦੇ ਅੱਗੇ ਅੱਗੇ ਲੱਗੀ। ਅਸੀਂ ਅੱਗੇ ਦੁਸ਼ਮਣੀਆਂ ਦੇ ਵਿੱਚੋਂ ਨਿਕਲੇ ਸੀ, ਸਾਨੂੰ ਨਵੇਂ ਸਿਰੇ ਜਿਹੜਾ ਦੁਸ਼ਮਣੀਆਂ ਦੇ ਵਿੱਚ ਘੇਲਿਆ ਜਾ ਰਿਹਾ ਵਾ। ਨਹੀਂ ਤੁਹਾਡੇ ਸਾਨੂੰ ਕਾਨੂੰਨ ਤੇ ਉਮੀਦ ਹੈ ਕਿ ਸਾਨੂੰ ਕਾਨੂੰਨ ਦੇ ਵਿੱਚ ਪੂਰਾ ਤਸੱਦਦ ਦੇ। ਤੁਹਾਡੇ ਉੱਥੇ ਮਾਸ਼ਾਅੱਲਾ ਜਿਹੜੇ ਨਵੇਂ CPO ਸਾਹਿਬ ਆਏ ਨੇ, ਮੈਨੂੰ ਲੱਗਦਾ ਕਿ ਉਹ ਇਸ ਕੰਮ 'ਤੇ ਬੜਾ ਵੱਡਾ ਐਕਸ਼ਨ ਲੈਣਗੇ, ਕਿਉਂਕਿ ਵਾਕਿਆ ਬੜਾ ਹਾਈਲਾਈਟ ਹੋ ਗਿਆ। ਇਹਦੇ 'ਚ ਤਾਂ ਇਨਸਾਫ ਦੇਣਾ ਪੈਣਾ ਅਦਾਰਿਆਂ ਨੂੰ। ਤੇ ਤੁਸੀਂ ਇਨਸਾਫ ਪੁਲਿਸ ਫਿਲਹਾਲ ਤੇ ਜਿੱਦਾਂ ਜਿੱਦਾਂ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਮਿਲ ਰਹੀ ਉਹਨਾਂ ਨੂੰ ਉਸ ਹਿਸਾਬ ਦੀ ਆਪਦੀ ਕਵਿਸ਼ੀ ਕਰ ਰਹੇ ਨੇ। ਤੇ ਬਾਕੀ ਅਸੀਂ ਆਪਦੇ ਮਸਕਰਾ ਜਿਹੜੇ ਸਾਡੇ ਆਲਾ ਅਫਸਰ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਨਵੇਂ ਸਿਰੇ ਦੁਸ਼ਮਣੀ ਦੇ ਵਿੱਚ ਆਉਣ ਦੀ ਬਜਾਏ ਜਿਹੜਾ ਸਾਨੂੰ ਕਾਨੂੰਨੀ ਇਨਸਾਫ ਦਿਲਾ ਦੇਵੇ। ਯਾਨੀ ਕਿ ਤੁਸੀਂ ਇਸ ਚੀਜ਼ ਦਾ ਹਲਫ ਦੇ ਸਕਦੇ ਹੋ ਕਿ ਕਲਮਾ ਪੜ੍ਹ ਕੇ, ਜਿਸ ਤਰ੍ਹਾਂ ਮੈਂ ਕੱਲ੍ਹ ਉਹਦੇ ਕੋਲ ਕਲਮਾ ਪੜਵਾਇਆ ਸੀ, ਕਿ ਇਹਦੇ ਉਮਰ ਦੇ ਵਾਲਿਦ ਨੂੰ ਮਾਰਨ 'ਚ, ਇਹਦੇ ਚਾਚੇ ਨੂੰ ਮਾਰਨ 'ਚ, ਇਹਦੇ ਇਹਨਾਂ ਦੇ ਕਿਸੇ ਧੜੇ ਦੇ ਬੰਦੇ ਨੂੰ ਮਾਰਨ 'ਚ ਤੁਹਾਡਾ ਦੂਰ ਦੂਰ ਤੱਕ ਕੋਈ ਹੱਥ ਨਹੀਂ। ਕੀ ਤੁਸੀਂ ਕਲਮਾ ਪੜ੍ਹ ਕੇ ਗੱਲ ਕਹਿ ਸਕਦੇ ਹੋ? ਦੇਖੋ ਨਾ ਜੀ, ਜੇ ਅਗਰ ਇੱਕੋ ਹੱਥ ਵਿੱਚ ਹੁੰਦਾ ਇਸ ਮਾਮਲੇ ਦੇ ਵਿੱਚ ਤੇ ਫਿਰ 10 ਸਾਲ ਜਿਹੜੀ ਆ ਉਹ ਦੁਕਾਨ ਜਿਹੜੀ ਆ ਆਪਣੇ ਨਦੀਮ ਦੀ ਉਸ ਜਗ੍ਹਾ ਤੇ ਰਹੀ ਆ ਜਿੱਥੇ ਮਰਡਰ ਹੋਏ ਸੀ ਇਹਦੇ ਵਾਲਦ ਸਾਹਿਬ। ਅੱਛਾ ਜੀ। ਤੇ ਅਗਰ ਕੋਈ ਮਾਮਲਾ ਸੀ ਇਹਨਾਂ ਨੇ ਉਹਨਾਂ ਨੂੰ ਨਾਮਜ਼ਦ ਤੇ ਕਰਨਾ ਸੀ ਜਾਂ ਕੋਈ ਗੱਲਬਾਤ ਤੇ ਕਰਨੀ ਸੀ ਨਾ ਪਿੱਛੇ ਉਹਨਾਂ ਦੇ ਜਿਹੜੇ ਇਹ ਤਾਂ ਚਲੋ ਉਮਰ ਛੋਟਾ ਸੀ, ਬੱਚਾ ਸੀ ਉਸ ਵਕਤ। ਜੀ ਜੀ। ਜਿਹੜਾ ਰੀਮ ਆ ਇਹ ਵੀ ਉਸ ਵਕਤ ਬੱਚਾ ਸੀ, ਇਹਦੀ ਉਮਰ ਵੀ 12 ਸਾਲ ਹੋ ਸਕਦੀ ਆ। ਹਾਂਜੀ। ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਵਾਂ ਕਿ ਤੁਸੀਂ ਇਹਦੇ ਬਾਰੇ ਕਲਮਾ ਪੜ੍ਹ ਕੇ ਕਹਿ ਸਕਦੇ ਹੋ ਤੁਹਾਡੇ ਦਿਲ 'ਚ ਇਹਨਾਂ ਬਾਰੇ ਕੋਈ ਮਲਾਮਤ ਨਹੀਂ, ਤੁਸੀਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ? ਮੈਂ ਨਹੀਂ ਗੱਲ ਤੁਹਾਨੂੰ ਪੁੱਛ ਰਿਹਾ ਵਾਂ। ਹਾਂਜੀ, ਮੈਂ ਜੀ ਹਲਫ ਦੇ ਕੇ ਗੱਲ ਕਰਦਾ ਕਿ ਅਸੀਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ, ਸਗੋਂ ਇਹਨਾਂ ਦੀ ਸੁਲ੍ਹਾ ਦੀ ਗੱਲ ਅਸੀਂ ਜਿਹੜਾ ਰੱਤਾ ਰੱਤੀ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੇ ਨਾਲ ਸੁਲ੍ਹਾ ਦੀ ਗੱਲ ਚਲਾਈ ਹੋਈ ਸੀ ਕਿ ਮਾਮਲਾਤ ਨੂੰ ਕਲੋਜ਼ ਕਰ ਲਓ, ਖਤਮ ਕਰ ਲਓ, ਕਿਉਂਕਿ ਅੱਗੇ ਜਿਹੜੇ ਅਰਾਈ ਨੇ ਰੱਤਾ ਰੱਤੀ ਦੇ ਉਹਨਾਂ ਦੇ 3 ਬੰਦੇ ਮਰਡਰ ਕਰ ਚੁੱਕਿਆ ਆ ਵਾ, ਕੋਈ 6-7 24 ਕਰ ਚੁੱਕਿਆ ਆ ਵਾ। ਉਹ ਬਿਲਕੁਲ ਹੀ ਰਹਾਇਤੀ ਗਰੀਬ ਔਰ ਸ਼ਰੀਫ ਬੰਦੇ ਨੇ। ਇਹ ਉਮਰ ਕਰ ਚੁੱਕਿਆ ਹੈ? ਹਾਂਜੀ, ਉਮਰ ਕਰ ਚੁੱਕਿਆ। ਉਮਰ ਦੀ ਟੀਮ ਜਿਹੜੀ ਆ ਪਹਿਲਾਂ ਜਿਹੜਾ ਜਦੋਂ ਅੱਗੋਂ ਗੜਿਆਂ ਦੀ ਗੱਲ ਦੱਸਦੇ ਨੇ ਕਿ ਇਸ ਤੋਂ ਪਹਿਲਾਂ ਜਿਹੜਾ ਵਾ ਇਹ ਮਤਲਬ ਜਿਹੜਾ ਵਾ ਇਹ ਕੰਮ ਕਰ ਚੁੱਕਿਆ ਹੋਇਆ ਸੀ। ਇਸ਼ਤਿਹਾਰੀ ਸੀ ਉਦੋਂ ਜਦੋਂ ਇਹਦਾ ਗਲਾ ਕੱਟੀ ਗਿਆ ਜੀ। ਅੱਛਾ, ਤੇ ਜਿਹਨਾਂ ਨੇ ਗਲਾ ਕੱਟਿਆ ਤੁਹਾਡਾ ਉਹਨਾਂ ਨਾਲ ਵੀ ਕੋਈ ਵਾਸਤਾ ਨਹੀਂ? ਉਹ ਸੁਣਿਆ ਉਹ ਮੁੰਡਾ ਕਹਿੰਦਾ ਕਿ ਉੱਥੇ ਕਿਸੇ ਦੀ ਬੱਚੀ ਦੇ ਨਾਲ ਇਹਦਾ ਖਰਾਬ ਸੀ, ਤਲਕ ਵਾਸਤਾ ਗਲਤ ਸੀ। ਇਹ ਗੱਲ ਸੁਣਨ ਦੇ ਵਿੱਚ ਆਉਂਦੀ ਆ ਕਿ ਇਹਨਾਂ ਦਾ ਤਲਕ ਸੀ ਦੂਸਰੇ ਦੇ ਨਾਲ, ਮਤਲਬ ਕਿ ਰਹਿਣ ਬਹਿਣ ਦੀ ਘਰਾਂ ਦੇ ਵਿੱਚ। ਤੇ ਫਿਰ ਜਿਹੜਾ ਨਾਮੀ ਕੋਈ ਬੰਦਾ ਵਾ ਤੇ ਉਹਦੀ ਮਤਲਬ ਕਿ ਸਿਸਟਰ ਦੇ ਨਾਲ ਇਹਦੇ ਨਜਾਇਜ਼ ਤਲਕ ਬਣ ਗਏ ਤੇ ਜਦੋਂ ਉਹਨੂੰ ਪਤਾ ਚੱਲਿਆ ਉਹਨੇ ਆਪਦੀ ਮਤਲਬ ਕਿ ਗੁੱਸਾ ਪੂਰਾ ਕਰਨ ਵਾਸਤੇ ਉਹਦੇ ਛੁਰੀ ਫੇਰੀ ਉਹਨੇ। ਅੱਛਾ, ਇਹਦਾ ਮਤਲਬ ਹੈਗਾ ਇਸ ਗੱਲ ਦਾ ਫਿਰ ਅੰਦਾਜ਼ਾ ਤੁਹਾਨੂੰ ਇਹ ਹੁੰਦਾ ਯਾਰ ਸਾਡੇ ਕਿਸੇ ਬੱਚੇ ਦੇ ਨਾਂ ਨਹੀਂ ਹੈ, ਮਤਲਬ ਕਿ ਨਾ ਹੀ ਕਿਸੇ ਸਾਡੇ ਬੱਚੇ ਦਾ ਜ਼ਿਕਰ ਆ। ਇਹਦਾ ਮਤਲਬ ਕਿ ਇਹ ਦੁਸ਼ਮਣੀ ਕਿਸੇ ਹੋਰ ਦੀ ਸੀ। ਇਹ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗਦਾ ਪਿਆ ਕਿ ਸੁਨਿਆਰੇ ਨੇ ਸ਼ਾਹਰਾ ਵਡਾਈਏ, ਇਹ ਗੱਲ ਬਿਲਕੁਲ ਝੂਠ ਹੈ। ਹਾਂਜੀ, ਇਹ ਬਿਲਕੁਲ ਗੱਲ ਗਲਤ ਆ, ਕਿਉਂਕਿ ਜਿਹੜੇ ਬੰਦੇ ਨੇ ਡੈਥ ਕੱਟੀ ਸੀ ਇਹ ਉਮਰ ਉਸ ਵਕਤ ਉਮਰ ਦੇ ਤੁਸੀਂ ਬਿਆਨ ਚੈੱਕ ਕਰੋ ਨਾ ਜੀ। ਹਾਂਜੀ, ਉਮਰ ਨੇ ਬਿਆਨ ਵੀ ਜਿਸ ਬੰਦਿਆਂ ਨੇ ਇਹਦਾ ਗਲਾ ਕੱਟਿਆ ਸੀ ਉਹਨਾਂ ਨੇ ਉਹਦੇ ਖਿਲਾਫ ਹੀ ਉਮਰ ਨੇ ਬਿਆਨ ਦਿੱਤੇ ਨੇ। ਹਾਂਜੀ। ਅੱਛਾ, ਉਹ ਵੀ ਬੰਦਾ ਜਿਹੜਾ ਸੀ ਜਿਸ ਬੰਦੇ ਨੇ ਇਹਦਾ ਗਲਾ ਕੱਟਿਆ ਸੀ ਉਹਦਾ ਭਾਈ ਜਿਹੜਾ ਵਾ ਉਹ ਵੀ ਕਿਸੇ ਨੇ ਮਰਡਰ ਕਰ ਦਿੱਤਾ। ਅੱਛਾ ਜੀ। ਤਾਂ ਉਹਦੀ ਉਹ ਭੈਣ ਮਦਈ ਬਣੀ ਸੀ, ਉਹਨੇ ਇਹਦਾ ਬਿਆਨ ਦਿੱਤੇ ਬਾਅਦ ਤੇ ਮੁਜ਼ੰਮਲ ਭਾਈ ਮੈਨੂੰ ਇੱਕ ਗੱਲ ਦੱਸੋ, ਅੱਜ ਸੱਚ ਬੋਲਣਾ ਝੂਠ ਨਹੀਂ ਬੋਲਣਾ? ਤੁਹਾਨੂੰ ਮੇਰੇ ਨਾਲ ਗੁੱਸਾ ਤਾਂ ਨਹੀਂ ਮੇਰੇ ਤੇ ਚੜਿਆ, ਨਾਰਾਜ਼ ਤੇ ਨਹੀਂ ਹੋ ਰਹੇ ਸੋ? ਯਾਰ ਆ ਬੰਦਾ ਵਨ ਸਾਈਡ ਦੀ ਸਟੋਰੀ ਚਲਾਈ ਜਾ ਰਿਹਾ। ਜਿੰਨੀ ਵੀ ਫੈਮਿਲੀ ਆ ਸਾਰੀ ਅਲਹਮਦੁਲਿਲਾ ਇੱਥੋਂ ਮੈਂ MP ਦਾ ਇਲੈਕਸ਼ਨ ਲੜਿਆ PP 106 ਦੇ ਵਿੱਚੋਂ ਹੀ ਮੇਰੇ ਭਤੀਜੇ ਨੇ। ਜੀ ਜੀ। ਸਾਡੀ ਫੈਮਿਲੀ ਜਿਹੜੀ ਸੀ ਉਹ ਇਸ ਚੀਜ਼ ਤੇ ਤੁਹਾਡੇ ਤੇ ਇਤਰਾਜ਼ ਕਰ ਰਹੀ ਸੀ ਕਿ ਬਗੈਰ ਸਬੂਤ ਤੋਂ ਕੋਈ ਗੱਲ ਚਲਾ ਦੇਣੀ ਜਾਂ ਇਸ ਤਰੀਕੇ ਦੇ ਨਾਲ ਫਿਰ ਉਹ ਬੰਦਾ ਅੱਛਾ ਨਹੀਂ ਲੱਗਦਾ। ਮੈਂ ਦੱਸ ਮੁਜ਼ੰਮਲ ਭਾਈ ਮੇਰੀ ਗੱਲ ਸੁਣ। ਸਾਡਾ ਇਹਨਾਂ ਨਾਲ ਕੋਈ ਮਾਮਲਾ ਨਹੀਂ, ਸਾਡੀ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਮੁਜ਼ੰਮਲ ਭਾਈ ਮੇਰੀ ਗੱਲ ਸੁਣਨਾ, ਮੈਂ ਤੁਹਾਨੂੰ ਗੱਲ ਦੱਸਣਾ ਵਾ। ਮੈਂ ਦੇਖੋ ਤੁਹਾਡਾ ਬਿਆਨ ਲਿੱਤਾ ਨਾ, ਜੇ ਤੁਹਾਡੇ ਬਿਆਨ 'ਚ ਮੈਂ ਇੱਕ ਲਫ਼ਜ਼ ਦੀ ਡੰਡੀ ਮਾਰਾਂ ਨਾ, ਕਿਤੇ ਮੈਂ ਕਿਸੇ ਨੂੰ ਸਪੋਰਟ ਕਰਾਂ ਕਿ ਤੁਹਾਡਾ ਕੋਈ ਐਸਾ ਲਫ਼ਜ਼ ਯਾਰ ਵਿੱਚੋਂ ਮੈਂ ਗੱਲ ਕੱਟਾਂਗੇ ਜੀ ਉਮਰ ਗੁਜਰ ਲੜਕੀ ਦੇ ਨਾਲ ਇਹਦਾ ਮੂੰਹ ਕਾਲਾ ਕਰ ਦੇਗਾ, ਜੋ ਵੀ ਤੁਸੀਂ ਮੇਰਾ ਨਾਮ ਬਦਲ ਦੇਣਾ। ਲੇਕਿਨ ਇੱਕ ਗੱਲ ਜ਼ਿਹਨ 'ਚ ਰੱਖਣਾ, ਮੈਂ ਜਿਹੜੀ ਵੀ ਗੱਲ ਕਰ ਰਿਹਾ ਹੁੰਦਾ ਨਾ, ਜਿਹੜੀ ਗੱਲ ਕਰ ਰਿਹਾ ਨਾ, ਫੈਸਲਾ ਤਾਂ ਪਬਲਿਕ ਕਰਦੀ ਹੈ। ਮੇਰੀ ਗੱਲ ਸਮਝ ਲਓ, ਮੈਂ ਕੋਈ ਜੱਜ ਥੋੜ੍ਹੀ ਬਣਿਆ ਵਾਂ। ਹੁਣ ਦੇਖੋ ਤੁਹਾਡਾ ਬਿਆਨ ਲੱਗਣਾ ਨਾ, ਕਈ ਚੀਜ਼ਾਂ ਮੰਜ਼ਰਿਆਮ 'ਤੇ ਆਈਆਂ, ਲੇਕਿਨ ਮੈਂ ਔਨ ਏਅਰ ਸਾਰੀ ਦੁਨੀਆ ਇਸ ਪੈਗਾਮ ਨੂੰ ਸੁਣਦੀ ਪਈ ਹੈ। ਮੈਂ ਤੁਹਾਨੂੰ ਐਪਰੀਸ਼ੀਏਟ ਪਤਾ ਕਿਉਂ ਕਰਾਂਗਾ?
ਕਿ ਤੁਸੀਂ ਇੰਤਹਾਈ ਤਹੰਮਲ ਦਾ ਮੁਜ਼ਾਹਰਾ ਕਰਦੇ ਆ ਨਾ, ਤੁਸੀਂ ਆਪਣਾ ਬਿਆਨ ਦਿੱਤਾ ਹੈ, ਇਹ ਚੀਜ਼ ਤੁਹਾਡੇ ਹੱਕ 'ਚ ਜਾਂਦੀ ਹੈ। ਮੈਂ ਦਾਦ ਦਿਆਂਗਾ ਤੁਸੀਂ ਅੱਛੇ ਔਰ ਮੁਖਲਸ ਔਰ ਸਿੰਸੀਅਰ ਇਨਸਾਨ ਹੋ। ਠੀਕ ਹੈ ਜਨਾਬ, ਠੀਕ ਹੋ ਗਿਆ ਜਨਾਬ। ਤੁਹਾਡਾ ਬਹੁਤ ਸ਼ੁਕਰੀਆ। ਮੈਸੇਜ ਆ ਕਿ ਅਸੀਂ ਹਾਂਜੀ ਕਾਨੂੰਨ ਕੋਲੋਂ ਇਨਸਾਫ ਮੰਗਦੇ ਆ। ਸਾਨੂੰ ਜਿਹੜਾ ਨਵੇਂ ਸਿਰੇ ਦੁਸ਼ਮਣੀਆਂ ਦੇ ਵਿੱਚ ਨਾ ਧਕੇਲਿਆ ਜਾਵੇ, ਸਾਨੂੰ ਕਾਨੂੰਨ ਜਿਹੜਾ ਵਾ ਉਹ ਇਨਸਾਫ ਦਿਲਾਏ, ਔਰ ਸਾਨੂੰ ਉਮੀਦ ਵੀ ਆ ਕਿ ਕਾਨੂੰਨ ਸਾਨੂੰ ਇਨਸ਼ਾਅੱਲਾ ਇਨਸਾਫ ਦਿਲਾਏਗਾ, ਕਿਉਂਕਿ ਬਹੁਤ ਵੱਡਾ ਜ਼ੁਲਮ ਹੋਇਆ ਵਾ, ਬਹੁਤ ਵੱਡੀ ਜ਼ਿਆਦਤੀ ਹੋਈ ਹੈ। ਤੁਹਾਨੂੰ ਮੇਰਾ ਅੰਦਾਜ਼ਾ ਮੈਂ ਜਿਹੜੇ ਕੇਸ ਦੇ ਪਿੱਛੇ ਪੈ ਗਿਆ ਨਾ, ਮੈਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣਾ ਵਾ। ਤੁਸੀਂ ਦੁਆ ਕਰੋ ਅੱਲਾਹ ਤਾਲਾ ਇਸ ਜ਼ਾਤ ਜ਼ਾਲਮ ਨੂੰ ਜਿਹੜਾ ਨਾ ਗ੍ਰਿਫਤ 'ਚ ਲਿਆਵੇ ਤੇ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸ਼ਾਹਿਦ ਚੌਧਰੀ ਆਫੀਸ਼ੀਅਲ ਤੇ ਆਪਣਾ ਮੌਕਫ ਦਿੱਤਾ। ਮੈਂ ਦਿਲ ਦੀ ਤਹਾ ਗਹਿਰਾਈ ਤੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਆਇੰਦਾ ਜ਼ਰੂਰਤ ਪਈ ਤੁਹਾਡੇ ਨਾਲ ਮੈਂ ਇਸੇ ਨੰਬਰ ਤੇ ਰਾਬਤਾ ਕਰ ਲਵਾਂਗਾ। ਠੀਕ ਹੈ ਮੁਜ਼ੰਮਲ ਭਾਈ? ਬਿਲਕੁਲ ਜੀ, ਰਾਬਤਾ ਕਰਨਾ ਵਾ ਤੇ ਇਹ ਗੱਲ ਵੀ ਹਕੀਕਤ ਆ, ਔਰ ਇਹਨਾਂ ਤੱਕ ਇਲਮ ਵੀ ਸੀ ਕਿ ਲੱਗੀ ਜਿਹੜਾ ਵਾ ਮੁਜ਼ੰਮਲ ਹੁਰੀ ਇਹ ਜਿਹੜੇ ਇਹਨਾਂ ਦਾ ਰੱਤਾ ਜੱਤੀ ਵਾਲੇ ਮਾਮਲੇ ਨੂੰ ਜਿਹੜਾ ਕਲੋਜ਼ ਕਰਵਾ ਰਿਹਾ ਸੀ। ਮੈਂ ਆ ਮੇਰੇ ਭਤੀਜੇ ਨੇ ਜਿਹੜੇ ਮਰਡਰ ਹੋਏ ਨੇ। ਹਾਂਜੀ ਹਾਂਜੀ, चलो कोई ऐसी गल नहीं। बहुत शुक्रिया जी, अल्लाह में तुम सलामत रखन। बहुत बहुत शुक्रिया भैया, ठीक हो गया, अल्लाह हाफिज़। अल्लाह। अब नाज़रीन आपने जो है ना ये ऑडियो सुन ली है, मेरा और उनका जो है आपस में जो रब्ता था वो सारा मैंने आपको सामने रख दिया है। मैंने इसमें से कोई एक लफ्ज़ भी नहीं काटा। नाज़रीन आप इन किरदारों को जानते होते हैं, आपका ये फ़र्ज़ बनता है कि आप इस करैक्टर के बारे में लाजमी नीचे लिखें कि ये शख्स जो है जो बातें कर रहा है दुरुस्त है, ये बंदा जो है किस करैक्टर का मालिक है, इलाके के अंदर या शहर के अंदर इस बंदे के किरदार के बारे में लोग क्या बातें करते हैं, और जो बातें इन्होंने की हैं इनके बारे में आपका अपना ख्याल क्या है, आप अपनी राय क्या रखते हैं, कमेंट बॉक्स में लाजमी लिखिएगा और मैं हमेशा की तरह आपको रिप्लाई करने की कोशिश करूँगा। अपना ढेर सारा ख्याल रखिएगा जी। पाकिस्तान जिंदाबाद।